Hello students. So in business environment moving forward ਸਾਡਾ ਅੱਜ ਦਾ ਟੌਪਿਕ ਹੈਗਾ ਇਕਨੋਮਿਕ ਰਿਫਾਰਮਸ। ਨਾਓ ਇਕਨੋਮਿਕ ਰਿਫਾਰਮਸ ਜਿਹੜੇ ਹੈ ਵੈਸੇ ਤਾਂ ਅਗਰ ਉਸ ਨੂੰ ਪੰਜਾਬੀ ਦੇ ਵਿੱਚ ਦੇਖੀਏ ਕੀ ਹੈ ਸੁਧਾਰ ਜਿਹੜੇ ਇਕਨੋਮੀ ਨੂੰ ਬਿਹਤਰ ਬਣਾਉਣ ਲਈ ਸਰਕਾਰ ਨੂੰ ਕਰਨੇ ਪੈਂਦੇ ਨੇ। ਵੈਸੇ ਤਾਂ ਦੁਨੀਆ ਭਰ ਦੀਆਂ ਗਵਰਨਮੈਂਟਸ ਜੋ ਹੈ ਦੇ ਆਲ ਕੀਪ ਔਨ ਡੂਇੰਗ ਲੋਟ ਆਫ ਇਕਨੋਮਿਕ ਰਿਫਾਰਮਸ ਬਿਕਾਜ਼ ਕੌਨਸਟੈਂਟਲੀ ਇਨਵਾਇਰਮੈਂਟ ਚੇਂਜ ਹੁੰਦੀ ਹੈ, ਮਾਹੌਲ ਚੇਂਜ ਹੁੰਦਾ ਹੈ, ਨਵੇਂ ਰਿਫਾਰਮਸ ਲੈ ਕੇ ਆਉਣੇ ਪੈਂਦੇ ਆ। ਲੇਕਿਨ ਅਗਰ ਅਸੀਂ ਇੰਡੀਆ ਦੀ ਗੱਲ ਕਰੀਏ, ਅਗਰ ਅਸੀਂ ਆਪਣੀ ਕੰਟੈਕਸਟ ਔਰ ਬੈਕਗਰਾਊਂਡ ਦੇਖੀਏ ਕਿ ਸਾਨੂੰ ਅਸੀਂ ਕਿਹੋ ਜਿਹੇ ਰਿਫਾਰਮਸ ਕੀਤੇ ਅਤੇ ਸਾਨੂੰ ਉਹਨਾਂ ਦੀ ਕਿਉਂ ਲੋੜ ਪਈ, then we have to move to at the time of after independence. Just after independence ਸਾਨੂੰ ਪਤਾ ਹੈ we were a backward economy, so we had a first industrial policy in 1948. Now what happened in 1956 we had an industrial policy resolution, ਔਰ ਇਸ ਪਾਲਿਸੀ ਨੇ ਕੀ ਕੀਤਾ ਕਿ ਸਾਰਾ ਦਾ ਸਾਰਾ ਜੋ ਫੋਕਸ ਹੈ ਉਹ ਪਬਲਿਕ ਸੈਕਟਰ 'ਤੇ ਪਾਤਾ ਜ਼ਿਆਦਾਤਰ। ਠੀਕ ਹੈ, ਹੈਵੀ ਇੰਡਸਟਰੀ ਦਾ ਕਿ ਹੈਵੀ ਇੰਡਸਟਰੀ, ਆਇਰਨ ਐਂਡ ਸਟੀਲ ਪਲਾਂਟ, ਇਨਫਰਾਸਟਰਕਚਰ, ਇਹੋ ਜਿਹੀਆਂ ਇੰਡਸਟਰੀਜ਼ ਪਬਲਿਕ ਸੈਕਟਰ ਓਨ ਕਰੇਗਾ ਅਤੇ ਬਾਕੀ ਜੋ ਹੈ ਆਪਣੇ ਆਪ ਬਿਜ਼ਨਸ ਔਰ ਇਕੋਨਮੀ ਆਪਣੇ ਆਪ ਸੁਧਰ ਜਾਏਗੀ। ਦਿਸ ਵਾਜ਼ ਕਾਲਡ ਐਜ਼ PC ਮਹਾਨਲੋਬਿਸ ਮਾਡਲ ਜਾਂ ਮਹਾਨਲੋਬਿਸ ਮਾਡਲ ਕਹਿ ਦਿੰਦੇ ਹਾਂ। ਇਟ ਵਾਜ਼ ਅੰਡਰ ਦੀ ਸੈਕਿੰਡ 5 year ਪਲਾਨ। ਨਾਓ ਇਹਦੇ ਵਿੱਚ ਇੰਨੇ ਸਾਲਾਂ ਦੇ ਵਿੱਚ ਕੀ ਹੋਇਆ ਟਿਲ 1991 ਬੈਂਕ ਨੈਸ਼ਨਲਾਈਜੇਸ਼ਨ ਹੋ ਗਈ, ਹੋਰ ਛੋਟੇ ਮੋਟੇ ਰਿਫਾਰਮਸ ਜਿਹੜੇ ਆ ਹੁੰਦੇ ਰਹੇ, ਲੇਕਿਨ ਗਵਰਨਮੈਂਟ ਦੀ ਜੋ ਓਨਰਸ਼ਿਪ ਹੈ ਉਹ ਵੱਧਦੀ ਗਈ। ਕੁਛ ਕਿਤੇ ਜਿਵੇਂ ਬੈਂਕਿੰਗ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਸੀ, ਇੰਸ਼ੋਰੈਂਸ ਦੇ ਵਿੱਚ ਵੱਧ ਰਹੀ ਸੀ। ਨਾਓ ਵਾਟ ਹੈਪਨਡ ਇਜ਼ 1991 ਦੇ ਵਿੱਚ ਵੀ ਹੈਡ ਅ ਪ੍ਰੋਬਲਮ। ਨਾਓ ਦੈਟ ਪ੍ਰੋਬਲਮ ਵਾਜ਼ ਵੀ ਹੈਡ BOP ਕ੍ਰਾਈਸਿਸ। ਵਾਟ ਇਜ਼ BOP ਕ੍ਰਾਈਸਿਸ ਇਹ ਅਸੀਂ ਔਰ ਸਾਨੂੰ 91 ਦੇ ਵਿੱਚ ਕਿਉਂ ਆਏ ਸੀ, ਵੀ ਹੈਡ ਡਿਸਕਸਡ ਇਨ ਡਿਟੇਲ ਵੈਨ ਵੀ ਡਿਡ ਅ BOP ਚੈਪਟਰ ਬਿਫੋਰ ਦਿਸ ਕਰੋਨਾ ਵਾਇਰਸ lockdown. Okay, so please go back to that chapter and understand that what was BOP crisis. In short, basically ਸਾਡੇ ਕੋਲ forex reserves ਖਤਮ ਹੋ ਗਏ ਸੀ, right? So we did not had foreign reserves ਜਿਨ੍ਹਾਂ ਨਾਲ ਅਸੀਂ ਪੇਮੈਂਟ ਕਰਨੀ ਸੀਗੀ ਆਪਣੇ ਇੰਪੋਰਟਰਸ ਨੂੰ। now what happened was ਕਿ ਜਦੋਂ ਸਾਡੇ ਕੋਲ BOP ਕ੍ਰਾਈਸਿਸ ਆਏ ਤਾਂ ਉਦੋਂ ਸਾਨੂੰ ਇੱਕ ਚਾਹੀਦਾ ਸੀਗਾ ਉਸ ਟਾਈਮ ਤੁਰੰਤ ਬੇਲ ਆਊਟ ਕਿ ਸਾਨੂੰ ਕੋਈ ਬਚਾਉਣ ਆਵੇ। ਐਂਡ BOP ਕ੍ਰਾਈਸਿਸ ਜਾਂ ਫੋਰਨ ਰਿਜ਼ਰਵ ਕ੍ਰਾਈਸਿਸ ਲਈ ਇੱਕ ਏਜੰਸੀ ਹੁੰਦੀ ਹੈ ਵਿਚ ਇਜ਼ ਨੋਨ ਐਜ਼ IMF, ਇੰਟਰਨੈਸ਼ਨਲ ਮੋਨੀਟਰੀ ਫੰਡ। ਸੋ ਇੰਡੀਆ ਜੋ ਹੈ ਇੰਟਰਨੈਸ਼ਨਲ ਮੋਨੀਟਰੀ ਫੰਡ ਕੋਲ ਜਾਂਦਾ ਹੈ। ਇੰਟਰਨੈਸ਼ਨਲ ਮੋਨੀਟਰੀ ਫੰਡ ਇਜ਼ ਲਾਈਕ ਕਿ ਅਸੀਂ ਤੁਹਾਨੂੰ ਬੇਲ ਆਊਟ ਤਾਂ ਦੇ ਦਿੰਦੇ ਹਾਂ, ਲੇਕਿਨ ਤੁਹਾਡਾ ਜੋ ਇੰਪਰੂਵਮੈਂਟ ਦੇ ਕੋਈ ਚਾਂਸਿਸ ਨਜ਼ਰ ਨਹੀਂ ਆ ਰਹੇ ਬਿਕੋਜ਼ ਦ ਵੇ ਯੋਰ ਇਕੋਨਮੀ ਇਜ਼ ਸਟਰਕਚਰਡ ਇਜ਼ ਪ੍ਰੋਬਲਮੈਟਿਕ ਕਿ ਤੁਹਾਡੀ ਇਕੋਨਮੀ ਦੇ ਵਿੱਚ ਬਹੁਤ ਜ਼ਿਆਦਾ ਸਭ ਕੁਝ ਜੋ ਹੈ ਉਹ ਪਬਲਿਕ ਸੈਕਟਰ ਓਨ ਕਰ ਰਿਹਾ ਹੈ। ਤੁਸੀਂ ਬਿਲਕੁਲ ਆਪਣੀ ਇਕੋਨਮੀ ਨੂੰ ਓਪਨ ਨਹੀਂ ਕੀਤਾ ਹੋਇਆ। ਠੀਕ ਹੈ, ਤੁਸੀਂ ਬਿਲਕੁਲ ਇੰਪੋਰਟਸ ਨੂੰ ਜ਼ਿਆਦਾ ਸਬਸਟੀਟਿਊਟ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹੋ, ਇੰਪੋਰਟਸ ਜ਼ਿਆਦਾ ਪ੍ਰੈਫਰ ਨਹੀਂ ਕਰਦੇ, ਸੋ ਔਨ ਐਂਡ ਸੋ ਫੋਰਥ। ਸੋ IMF ਤੋਂ ਸਾਨੂੰ ਜੋ ਹੈ ਇੱਕ ਜੋ ਮਿਲਣਾ ਸੀਗਾ ਬੇਲ ਆਊਟ, ਉਹ ਮਿਲਣ ਲਈ ਉਹਨਾਂ ਨੇ ਸਾਡੇ 'ਤੇ ਕੁਛ ਕੰਡੀਸ਼ਨਸ ਲਗਾਈਆਂ ਕਿ ਵੀ ਹੈਵ ਟੂ change ourselves, we have to change the structure of our economy to get that bailout. Now what was the ਫਿਰ ਅਸੀਂ ਜੋ ਲੈ ਕੇ ਆਂਦੀ that was LPG reforms। ਉਸ ਚੀਜ਼ ਨੂੰ ਮੰਨਦੇ ਹੋਏ ਔਰ ਕੁਛ ਸਾਨੂੰ ਬਿਲਕੁਲ ਫੋਰਸਫੁਲ ਸੀਗਾ ਜੋ ਸਾਨੂੰ ਕਰਨਾ ਹੀ ਪੈਣਾ ਸੀ, ਔਰ ਕੁਛ ਅਸੀਂ ਆਪਣੀ ਮਰਜ਼ੀ ਨਾਲ ਕੀਤਾ ਕਿਉਂਕਿ ਗਵਰਨਮੈਂਟ ਆਲਸੋ ਵਾਂਟਡ ਕਿ ਹੁਣ ਇਕੋਨਮੀ ਨੂੰ ਓਪਨ ਕਰਨ ਦਾ ਟਾਈਮ ਆ ਗਿਆ। ਨਾਓ this is called as first generation reforms. So I'll tell you कि first generation reforms जो हैं ਉਹ ਕੀ ਹੁੰਦੇ ਆ, ਔਰ first generation reforms ਉਹ ਹੁੰਦੇ ਆ ਕਿ ਜਿਨ੍ਹਾਂ ਨੂੰ ਲੈਣ ਲਈ ਗਵਰਨਮੈਂਟ ਜੋ ਹੈ, ਗਵਰਨਮੈਂਟ ਮੀਨਸ ਸੈਂਟਰਲ ਗਵਰਨਮੈਂਟ, ਉਹ ਆਪਣੇ ਬੇਸ 'ਤੇ ਹੀ ਰਿਫਾਰਮਸ ਕਰ ਸਕਦੀ ਹੈ। ਉਹਨਾਂ ਨੂੰ ਕਿਸੇ ਪਾਰਲੀਮੈਂਟ ਦੀ ਅਪਰੂਵਲ ਦੀ ਲੋੜ ਨਹੀਂ ਹੈ, ਕਿਸੇ ਸਟੇਟ ਗਵਰਨਮੈਂਟ ਦੀ ਅਪਰੂਵਲ ਦੀ ਲੋੜ ਨਹੀਂ ਹੈ। ਪਾਰਲੀਮੈਂਟ ਦੇ ਵਿੱਚ ਕੋਈ ਐਕਟ ਜੋ ਹੈ ਉਹਨੂੰ ਅਮੈਂਡਮੈਂਟ ਕਰਨ ਦੀ ਵੀ ਲੋੜ ਨਹੀਂ ਹੈ। ਠੀਕ ਹੈ, ਸੋ ਦੇਰ ਇਜ਼ ਨੋ ਨੀਡ ਟੂ ਅਮੈਂਡ ਦੀ ਕੌਨਸਟੀਟਿਊਸ਼ਨ ਜਾਂ ਕੋਈ ਹੋਰ ਐਕਟ ਪਾਸ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਗਵਰਨਮੈਂਟ ਜੋ ਹੈ ਉਹ ਲੈ ਸਕਦੀ ਹੈ। ਇਹਦਾ ਮਤਲਬ ਕੀ ਹੁੰਦਾ ਹੈ ਕਿ ਦੇ ਆਰ ਵੈਰੀ ਫਾਸਟ। ਵਾਈ? ਬਿਕੋਜ਼ ਗਵਰਨਮੈਂਟ ਨੇ ਖੁਦ ਹੀ ਡਿਸੀਜਨ ਲੈਣਾ ਹੈ। ਗਵਰਨਮੈਂਟ ਦਾ ਮਤਲਬ ਕੀ ਹੈ? ਪ੍ਰਾਈਮ ਮਿਨਿਸਟਰ ਐਂਡ ਕਾਊਂਸਿਲ ਆਫ ਮਿਨਿਸਟਰ। ਕਾਊਂਸਿਲ ਆਫ ਮਿਨਿਸਟਰ ਕਿੰਨੇ ਹੁੰਦੇ ਆ? 60-70। ਠੀਕ ਹੈ, ਸੋ ਦੈਟ ਮੀਨਸ ਕਿ ਥੋੜ੍ਹੇ ਜਿਹੇ ਬੰਦੇ ਨੇ ਡਿਸੀਜਨ ਲੈਣਾ। ਬੇਸਿਕਲੀ ਫਾਈਨੈਂਸ ਮਿਨਿਸਟਰੀ ਨੇ ਡਿਸੀਜਨ ਲੈਣਾ ਹੁੰਦਾ। ਇਟਸ ਵੈਰੀ ਕੁਇਕ। ਸੋ ਇਨ 1991 what we had was first generation reforms. ਉਸ ਤੋਂ ਬਾਅਦ ਜਿਹੜੇ ਅਸੀਂ ਰਿਫਾਰਮਸ ਕਰ ਰਹੇ ਹਾਂ ਕੌਨਸਟੈਂਟਲੀ, ਉਹਦੇ 'ਚ ਆਉਂਦੇ ਸੈਕਿੰਡ ਜਨਰੇਸ਼ਨ ਰਿਫਾਰਮਸ, ਜਿਹੜੇ ਰਿਫਾਰਮਸ ਲਈ ਸਾਨੂੰ ਅਪਰੂਵਲ ਲੈਣੀ ਪੈਂਦੀ ਹੈ ਪਾਰਲੀਮੈਂਟ ਦੀ, ਸਟੇਟ ਗਵਰਨਮੈਂਟਸ ਦੀ। ਜਿਵੇਂ ਲੇਟੈਸਟ ਥਿੰਗ ਇਜ਼ GST ਜਦੋਂ ਪਾਸ ਹੋਇਆ ਆ ਉਦੋਂ ਕੌਨਸਟੀਟਿਊਸ਼ਨ ਅਮੈਂਡ ਕਰਨਾ ਪਿਆ, ਰਾਈਟ? ਉਦੋਂ ਕੌਨਸਟੀਟਿਊਸ਼ਨ ਅਮੈਂਡ ਕਰਨ ਤੋਂ ਬਾਅਦ ਉਹ ਸਟੇਟਸ ਨੂੰ ਵੀ ਅਪਰੂਵ ਕਰਨਾ ਪਿਆ। ਸੋ ਅਗਰ ਦੇਖਿਆ ਜਾਏ that is why GST ਜੋ ਪਾਸ ਹੋਣ ਦੀ ਜੋ ਪ੍ਰੋਸੈਸ ਹੈ, ਅਗਰ ਤੁਸੀਂ ਇਹਦੀ ਹਿਸਟਰੀ ਜਰਾ ਪੜ੍ਹੋ then it
GST ਲੈ ਕੇ ਆਉਣ ਦੀ ਕੋਸ਼ਿਸ਼ਾਂ 1999 ਤੋਂ ਹੋ ਰਹੀਆਂ ਸੀ, ਲੇਕਿਨ ਉਹਨੂੰ ਲਿਆਉਣ 'ਚ ਹੀ 18 ਸਾਲ ਲੱਗ ਗਏ। ਵਾਈ? ਬਿਕੋਜ਼ it had to be passed in parliament. But the 1991 new economic policy was very fast because it was a first generation reforms. ਉਦੋਂ ਉਹ ਰਿਫਾਰਮਸ ਲੈ ਕੇ ਆਉਂਦੇ ਜਿਹੜੇ ਤੁਰੰਤ ਹੋ ਸਕਦੇ ਸੀ, ਫਾਸਟ ਹੋ ਸਕਦੇ ਸੀ, ਠੀਕ ਹੈ। ਔਰ ਮੇਜਰਲੀ ਉਹਨਾਂ ਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ ਕਹਿ ਦਿੰਦੇ ਹਾਂ LPG ਰਿਫਾਰਮਸ। ਨਾਓ LPG ਇਜ਼ ਨਾਟ ਸੇਮ ਐਜ਼ ਜੋ ਆਪਾਂ ਘਰ 'ਚ ਗੈਸ ਯੂਜ਼ ਕਰਦੇ ਹਾਂ, ਬਟ LPG ਬੇਸਿਕਲੀ ਮੀਨਸ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ। ਓਕੇ, ਸੋ ਮੂਵਿੰਗ ਫਾਰਵਰਡ ਹੁਣ ਅਸੀਂ ਕਰਨਾ ਹੈ ਨਿਊ ਇਕਨੋਮਿਕ ਪੋਲਿਸੀ। ਆਈ ਹੋਪ ਤੁਹਾਨੂੰ ਇਕਨੋਮਿਕ ਰਿਫਾਰਮਸ ਦਾ ਮਤਲਬ ਸਮਝ ਆ ਗਿਆ ਹੋਵੇ। ਔਰ ਇਕਨੋਮਿਕ ਰਿਫਾਰਮਸ ਦੇ ਵਿੱਚ ਜੋ ਅਸੀਂ ਗੱਲ ਕੀਤੀ ਹੈ ਫਸਟ ਜਨਰੇਸ਼ਨ ਰਿਫਾਰਮਸ ਦੀ, ਠੀਕ ਹੈ, ਐਂਡ ਸੈਕਿੰਡ ਜਨਰੇਸ਼ਨ ਰਿਫਾਰਮਸ ਦੀ। ਨਾਓ LPG ਦੇ ਵਿੱਚ ਜੋ ਸਭ ਤੋਂ ਪਹਿਲੀ ਚੀਜ਼ ਹੈ ਦੈਟ ਇਜ਼ ਲਿਬਰਲਾਈਜੇਸ਼ਨ। ਨਾਓ ਆਈ ਟੋਲਡ ਯੂ ਕਿ ਸਾਡੇ ਕੋਲ ਲਿਬਰਲਾਈਜੇਸ਼ਨ ਦਾ ਮਤਲਬ ਕੀ ਹੁੰਦਾ, ਲਿਬਰਲ ਦਾ ਮਤਲਬ ਕੀ ਹੁੰਦਾ ਅਗਰ ਦੇਖਿਆ ਜਾਏ, ਖੁੱਲ੍ਹਾਪਣ, ਆਜ਼ਾਦੀ, ਲਿਬਰਟੀ, ਠੀਕ ਹੈ। ਲਿਬਰਟੀ ਤੋਂ ਇਹ ਸ਼ਬਦ ਹੁੰਦਾ ਕਿ ਕਿਸ ਨੂੰ ਆਜ਼ਾਦੀ ਮਿਲ ਰਹੀ ਹੈ ਇੱਥੇ, ਪ੍ਰਾਈਵੇਟ ਬਿਜ਼ਨਸਿਸ ਨੂੰ। ਓਕੇ, ਇਸ ਤੋਂ ਪਹਿਲਾਂ ਸਾਡੇ ਕੋਲ ਕੀ ਸੀਗਾ, ਲਾਇਸੈਂਸ ਰਾਜ। ਸੋ ਇਸ ਦਾ ਅਸੀਂ ਕੀ ਕੀਤਾ, ਡੀ-ਲਾਇਸੈਂਸਿੰਗ। ਨਾ ਵਾਟ ਇਜ਼ ਡੀ-ਲਾਇਸੈਂਸਿੰਗ ਮੀਨਸ ਕਿ ਕੋਈ ਵੀ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੁੰਦਾ ਸੀ ਅਗਰ ਜਦੋਂ ਇੰਡੀਆ ਦੇ ਵਿੱਚ ਬਿਜ਼ਨਸਮੈਨ ਨੇ, ਦੇ ਹੈਡ ਟੂ ਕੰਪਲਸਰੀਲੀ ਐਕਵਾਇਰ ਅ ਲਾਇਸੈਂਸ। ਚਾਹੇ ਕੋਈ ਛੋਟੀ ਤੋਂ ਛੋਟੀ ਚੀਜ਼ ਬਣਾ ਰਿਹਾ ਹੈ, ਉਹਨੂੰ ਲਾਇਸੈਂਸ ਲੈਣਾ ਪੈਂਦਾ ਸੀ। ਨਾਓ ਵੀ ਨੋ ਕਿ ਜਦੋਂ ਲਾਇਸੈਂਸ ਲੈ ਰਹੇ ਹਾਂ ਇਟ ਵੇਸਟਸ ਦੇਅਰ ਟਾਈਮ, ਇਟ ਇਨਕਰੀਜ਼ਿਜ਼ ਦੇਅਰ ਕਾਸਟ। ਡਾਇਰੈਕਟ ਜਿਹੜੀ ਇੱਕ ਤਾਂ ਲੀਗਲ ਕਾਸਟ ਇਨਕਰੀਜ਼ ਹੋ ਗਈ ਔਰ ਉੱਪਰੋਂ ਦੀ ਇਲੀਗਲ ਕਾਸਟ ਜਿਵੇਂ ਕਿ ਕਰਪਸ਼ਨ, ਕਿਕਬੈਕਸ ਜੋ ਦੇਣੇ ਪੈ ਰਹੇ ਹੈ, ਸੋ ਔਨ। ਸੋ ਸਭ ਤੋਂ ਪਹਿਲਾਂ ਜਿਹੜਾ ਇਹ ਇੰਪੋਜ਼ ਵੀ ਕੀਤਾ ਗਿਆ ਸੀ IMF ਵੱਲੋਂ ਕਿ ਤੁਹਾਨੂੰ ਜ਼ਰੂਰ ਕਰਨਾ ਪਏਗਾ ਡੀ-ਲਾਇਸੈਂਸਿੰਗ। ਯੂ ਹੈਵ ਟੂ ਸਟਾਪ ਦੀ ਲਾਇਸੈਂਸ ਰਿਕੁਆਇਰਮੈਂਟ। ਸੋ ਹੁਣ ਹੈ ਕਿ ਬਹੁਤ ਥੋੜ੍ਹੇ ਬਿਜ਼ਨਸਿਸ ਹੈ ਜਿਨ੍ਹਾਂ ਨੂੰ ਸਟਾਰਟ ਕਰਨ ਲਈ ਸਾਨੂੰ ਲਾਇਸੈਂਸ ਲੈਣਾ ਪੈਂਦਾ। ਲੇਕਿਨ ਆਰਮਸ ਐਂਡ ਐਮੂਨੀਸ਼ਨ ਅਗਰ ਤੁਸੀਂ ਉਹਦੇ 'ਚ ਡੀਲ ਕਰਦੇ ਹੋ, ਜਾਂ ਮਾਈਨਿੰਗ ਕੁਛ ਮਿਨਰਲਸ ਦੀ ਅਗਰ ਮਾਈਨਿੰਗ ਕਰਨੀ ਹੋਵੇ, ਜਾਂ ਇੱਕ ਹੁੰਦਾ ਐਲਕੋਹਲ ਬੇਸਡ ਕੁਛ ਤੁਸੀਂ ਕੰਮ ਬਿਜ਼ਨਸ ਕਰਨਾ ਹੈ, ਕੋਈ ਹੈਜ਼ਾਰਡੀਅਸ ਕੈਮੀਕਲਸ ਦੇ ਵਿੱਚ ਡੀਲ ਕਰਨ ਵਾਲਾ ਬਿਜ਼ਨਸ ਕਰਨਾ ਹੈ, ਸੋ ਉਦੋਂ ਤੁਹਾਨੂੰ ਪਰਮਿਸ਼ਨਸ ਐਂਡ ਲਾਇਸੈਂਸਿਸ ਲੈਣ ਦੀ ਲੋੜ ਹੈ। ਨੈਕਸਟ ਥਿੰਗ ਇਜ਼ ਡੀ-ਰੈਗੂਲੇਸ਼ਨ। ਨਾਓ ਇੱਕ ਹੋਰ ਚੀਜ਼ ਸੀਗੀ, ਸਿਰਫ ਇਹੀ ਨਹੀਂ ਸੀ ਕਿ ਲਾਇਸੈਂਸ ਲੈਣਾ ਪੈਂਦਾ ਸੀ, ਦੇਅਰ ਵਾਜ਼ ਪ੍ਰੋਡਕਸ਼ਨ ਕੋਟਾਸ ਕਿ ਤੁਸੀਂ ਇੰਨਾ ਹੀ ਪ੍ਰੋਡਿਊਸ ਕਰ ਸਕਦੇ ਹੋ। ਅਗਰ ਤੁਸੀਂ ਆਪਣੀ ਫੈਕਟਰੀ ਦੇ ਵਿੱਚ ਪ੍ਰਾਈਵੇਟ ਸੈਕਟਰ, ਜਿੰਨਾ ਕੁ ਵੀ ਪ੍ਰਾਈਵੇਟ ਸੈਕਟਰ ਐਗਜ਼ਿਸਟ ਕਰਦਾ ਸੀ ਬਿਫੋਰ 1991, ਅਗਰ ਤੁਸੀਂ ਕੁਛ ਉਹ ਕਰਨਾ ਹੈ, ਠੀਕ ਹੈ, ਇਨਕਰੀਜ਼ ਕਰਨੀ ਹੈ ਕੁਛ ਪ੍ਰੋਡਕਸ਼ਨ, ਦੈਨ ਯੂ ਹੈਡ ਟੂ ਟੇਕ ਪਰਮਿਸ਼ਨ, ਠੀਕ ਹੈ। ਸੋ ਇਸ ਚੀਜ਼ ਨੂੰ ਵੀ ਕੰਪਲੀਟਲੀ ਖਤਮ ਕੀਤਾ ਗਿਆ। ਲਿਬਰਟੀ ਦਿੱਤੀ ਗਈ ਕਿ ਤੁਸੀਂ ਆਪਣੀ ਪ੍ਰੋਡਕਸ਼ਨ ਜਿੰਨੀ ਕਰਨਾ ਚਾਹੁੰਦੇ ਹੋ, ਜਿੰਨੀ ਡਿਮਾਂਡ ਸਪਲਾਈ ਦੇਖ ਕੇ ਯੂ ਵਾਂਟ ਟੂ ਡੂ, ਤੁਸੀਂ ਉਨੀ ਕਰ ਸਕਦੇ ਹੋ। ਥਰਡ ਚੀਜ਼ ਜਿਹੜੀ ਹੋਈ ਦੈਟ ਇਜ਼ ਡੀ-ਰਿਜ਼ਰਵੇਸ਼ਨ। ਨਾਓ ਆਈ ਟੋਲਡ ਯੂ ਮੈਨੀ ਟਾਈਮਸ ਜਦੋਂ ਅਸੀਂ ਪਲੈਨਿੰਗ ਵੀ ਕਰ ਰਹੇ ਸੀ ਦੈਟ ਦੇਅਰ ਵਰ ਇੰਡਸਟਰੀਜ਼ ਜਿਹੜੀਆਂ ਪਬਲਿਕ ਸੈਕਟਰ ਦੇ ਲਈ ਰਿਜ਼ਰਵ ਸੀਗੀਆਂ। ਓਕੇ, ਮਿਕਸਡ ਇਕੋਨਮੀ ਦੇ ਵਿੱਚ ਵੈਸੇ ਤਾਂ ਹੁੰਦਾ ਹੈ ਕਿ ਚਲੋ ਪ੍ਰਾਈਵੇਟ ਤੇ ਪਬਲਿਕ ਸੈਕਟਰ ਦੋਨੋਂ ਕੰਮ ਕਰ ਸਕਦਾ ਹੈ, ਲੇਕਿਨ ਇੰਡੀਅਨ ਸਿਨੈਰੀਓ ਦੇ ਵਿੱਚ ਕੀ ਸੀਗਾ, ਤਾਂ ਕੰਪਲਸਰੀਲੀ ਕੁਛ ਇੰਡਸਟਰੀਜ਼ ਸੀ ਜੋ ਪਬਲਿਕ ਸੈਕਟਰ ਹੀ ਕਰ ਸਕਦਾ ਸੀ। ਓਕੇ, ਉਹ ਪ੍ਰਾਈਵੇਟ ਕਰ ਹੀ ਨਹੀਂ ਸਕਦਾ ਸੀ। ਫਿਰ ਕੁਛ ਇਹੋ ਜਿਹੀਆਂ ਇੰਡਸਟਰੀ ਸੀਗੀਆਂ ਜੋ ਸਮਾਲ ਸਕੇਲ ਇੰਡਸਟਰੀ ਲਈ ਕੋਟਾ ਸੀਗਾ। ਦੈਟ ਮੀਨਸ ਓਨਲੀ ਸਮਾਲ ਸਕੇਲ ਬਿਜ਼ਨਸਮੈਨ ਕੈਨ ਮੈਨੂਫੈਕਚਰ ਦੋਜ਼, ਲਾਈਕ ਛੋਟੇ ਲੈਵਲ ਦੀਆਂ ਅਚਾਰ ਬਣਾਉਣਾ, ਇਸ ਤਰ੍ਹਾਂ ਦੀਆਂ ਜੋ ਚੀਜ਼ਾਂ ਹੁੰਦੀਆਂ ਨਾ, ਛੋਟਾ ਬਿਜ਼ਨਸ, ਉਹ ਸਮਾਲ ਸਕੇਲ ਇੰਡਸਟਰੀ ਲਈ ਰਿਜ਼ਰਵਡ ਸੀਗਾ। ਓਕੇ, ਸੋ ਇਹਦੇ 'ਚ ਕੀ ਹੋਇਆ, ਪਬਲਿਕ ਸੈਕਟਰ ਲਈ ਰਿਜ਼ਰਵ ਚੀਜ਼ਾਂ ਖਤਮ ਕੀਤੀਆਂ ਅਤੇ ਸਮਾਲ ਸਕੇਲ ਸੈਕਟਰਸ ਲਈ ਵੀ ਜੋ ਚੀਜ਼ਾਂ ਰਿਜ਼ਰਵ ਸੀਗੀਆਂ ਉਹ ਖਤਮ ਕੀਤੀਆਂ। ਹਾਂ, ਕੁਛ ਹੱਲੇ ਵੀ ਰੱਖੇ ਗਏ, ਜਿਵੇਂ ਰੇਲਵੇਜ਼ ਹੈ, ਅਟੋਮਿਕ ਐਨਰਜੀ ਹੈ, ਕੁਛ ਚੀਜ਼ਾਂ ਜੋ ਲਿਸਟ ਹੈ, ਔਰ ਸਪੇਸ ਹੈ, ਆਲ ਦਿਸ, ਇਹ ਹੌਲੀ ਹੌਲੀ ਲਿਸਟ ਜੋ ਹੈ ਘਟਦੀ ਗਈ, ਲੇਕਿਨ ਹਾਲੇ ਵੀ 2-3 ਚੀਜ਼ਾਂ ਹੈ ਜੋ ਪਬਲਿਕ ਸੈਕਟਰ ਹੀ ਕਰ ਸਕਦਾ ਹੈ। ਜਿੱਥੇ ਪਬਲਿਕ ਸੈਕਟਰ ਨੂੰ ਗਵਰਨਮੈਂਟ ਨੂੰ ਲੱਗਦਾ ਕਿ ਅਗਰ ਪ੍ਰਾਈਵੇਟ ਨੂੰ ਦੇਤਾ ਤੇ ਬਹੁਤ ਜ਼ਿਆਦਾ ਪ੍ਰੋਫਿਟ ਓਰੀਐਂਟਡ ਹੋ ਜਾਣਗੇ, ਇਸ ਕਰਕੇ ਜੋ ਵੈਲਫੇਅਰ ਦਾ ਗੋਲ ਹੈ ਉਹ ਖਤਮ ਹੋ ਜਾਏਗਾ। ਜਿੱਥੇ ਉਹਨੂੰ ਲੱਗਦਾ ਹੈ ਕਿ ਵੈਲਫੇਅਰ ਦੀ ਲੋੜ ਹੈ ਹਲੇ, ਕਿਉਂਕਿ ਅਗਰ ਰੇਲਵੇਜ਼ ਅਗਰ ਪ੍ਰਾਈਵੇਟ ਸੈਕਟਰ ਨੂੰ ਦੇ ਦਿੱਤਾ ਜਾਏ ਇਸ ਟਾਈਮ, ਤੇ ਜੋ ਪੈਸੇਂਜਰ ਟ੍ਰੇਨਸ ਦਾ ਜੋ ਸਭ ਤੋਂ ਪਹਿਲਾ ਕੰਮ ਜੋ ਹੋਣ ਵਾਲਾ ਹੈ ਉਹ ਹੈ ਕਿ ਪੈਸੇਂਜਰ ਟ੍ਰੇਨਸ ਦਾ ਜੋ ਫੇਅਰ ਹੈ ਉਹ ਬਹੁਤ ਜ਼ਿਆਦਾ ਹਾਈਕ ਹੋਏਗਾ, ਰਾਈਟ। ਸੋ ਇਸ ਕਰਕੇ ਰੇਲਵੇਜ਼ ਇਜ਼ ਸਟਿਲ ਰਿਜ਼ਰਵਡ ਵਿਦ ਦੀ ਗਵਰਨਮੈਂਟ, ਬਟ ਬਾਈ ਐਂਡ ਲਾਰਜ ਇੱਕ ਵੱਡੀ ਲਿਸਟ ਸੀਗੀ, ਉਸਨੂੰ ਬਹੁਤ ਛੋਟਾ ਕਰ ਦਿੱਤਾ ਗਿਆ। ਨੈਕਸਟ ਇੱਕ ਚੀਜ਼ ਹੈ ਡੀ ਕੰਟਰੋਲ। ਇਹਦੇ 'ਚ ਕੀ ਸੀਗਾ ਕਿ ਜਿਵੇਂ ਪ੍ਰਾਈਸਿਸ ਹੈ,
ਪਹਿਲਾਂ ਗਵਰਨਮੈਂਟ ਕੰਟਰੋਲ ਕਰਦੀ ਸੀ ਕਿ ਇਸ ਚੀਜ਼ ਦੀ ਪ੍ਰਾਈਸ ਇੰਨੀ ਹੀ ਹੋ ਸਕਦੀ ਹੈ। ਇਹਦੇ 'ਚ ਕੀ ਸੀਗਾ, ਮੈਜੋਰਿਟੀ ਆਫ ਚੀਜ਼ਾਂ ਲਈ ਗਵਰਨਮੈਂਟ ਨੇ ਆਪਣੀ ਜੋ ਪਾਵਰ ਹੈ ਉਹ ਛੱਡ ਦਿੱਤੀ, ਦੈਟ ਵੀ ਵਿਲ ਨਾਟ ਡਿਸਾਈਡ ਪ੍ਰਾਈਸਿਸ। ਬਿਜ਼ਨਸਿਸ ਪ੍ਰੋਡਿਊਸ ਕਰਨ, ਡਿਮਾਂਡ ਸਪਲਾਈ ਦੇ ਬੇਸ 'ਤੇ ਦੇਖ ਕੇ ਆਪਣੀ ਪ੍ਰਾਈਸਿਸ ਸੈੱਟ ਕਰ ਸਕਦੇ ਆ ਨਾ। ਹਾਲੇ ਵੀ ਇਹਦੇ 'ਚ ਕੁਛ ਐਕਸੈਪਸ਼ਨਸ ਹੈ, ਜਿਵੇਂ ਹਾਂ ਫਰਟੀਲਾਈਜ਼ਰਸ ਹੈ ਐਂਡ ਆਲ ਦੀਸ ਥਿੰਗਸ, ਕਿਉਂਕਿ ਫਾਰਮਰ ਸਬਸਿਡੀ ਦੇਣੀ ਹੁੰਦੀ ਹੈ, ਔਰ MSP ਹੈ ਜੋ ਆਪਾਂ ਨੂੰ ਪਤਾ ਹੈ ਮੰਡੀ ਦੇ ਵਿੱਚ ਆਪਾਂ ਕਣਕ ਅਤੇ ਝੋਨਾ ਇਹਨਾਂ ਹੋਰ ਵੀ ਬਹੁਤ ਸਾਰੀ ਲਿਸਟ ਹੈ ਉਹਦੀ ਕ੍ਰੌਪਸ ਦੀ, ਜਿਨ੍ਹਾਂ ਦੀ MSP ਜੋ ਹੈ ਉਹ ਗਵਰਨਮੈਂਟ ਡਿਸਾਈਡ ਕਰਦੀ ਹੈ, ਰਾਈਟ। ਸੋ ਇਹ ਸਭ ਚੀਜ਼ਾਂ ਹੋਈਆਂ ਲਿਬਰਲਾਈਜੇਸ਼ਨ ਦੇ ਵਿੱਚ। ਇਹਨੂੰ ਅਗਰ ਪੰਜਾਬੀ ਦੇ ਵਿੱਚ ਕਹਿੰਦੇ ਉਦਾਰੀਕਰਨ, ਠੀਕ ਹੈ, ਕਿ ਗਵਰਨਮੈਂਟ ਪਿੱਛੇ ਹਟ ਗਈ, ਗਵਰਨਮੈਂਟ ਦਾ ਰੋਲ ਬਹੁਤ ਜ਼ਿਆਦਾ ਘੱਟ ਗਿਆ। ਲਾਇਸੈਂਸ ਰਾਜ ਜਿਹੜਾ ਸੀ ਉਹ ਬਿਲਕੁਲ ਖਤਮ ਕਰ ਦਿੱਤਾ, ਠੀਕ ਹੈ। ਇੱਕ ਹੋਰ ਰਾਜ ਹੁੰਦਾ ਸੀ ਇੰਸਪੈਕਟਰ ਰਾਜ, ਕਿ ਇੰਸਪੈਕਟਰ ਰਾਜ ਕਿਉਂ ਹੁੰਦਾ ਸੀ, ਬਿਕੋਜ਼ ਲਾਇਸੈਂਸ ਰਾਜ ਸੀਗਾ। ਇੰਸਪੈਕਟਰਸ ਮੀਨਸ ਗਵਰਨਮੈਂਟ ਦੇ ਇੰਸਪੈਕਟਰਸ, ਗਵਰਨਮੈਂਟ ਇੰਪਲੋਈਜ਼ ਜੋ ਹੈ ਇੰਸਪੈਕਟਰ ਬਣਾਏ ਹੋਏ ਸੀ, ਠੀਕ ਹੈ। ਉਹ ਜਾ ਕੇ ਰੇਡ, ਬਹੁਤ ਜ਼ਿਆਦਾ ਰੇਡ ਕਰਨੀ ਉਹਨਾਂ ਨੇ ਪ੍ਰਾਈਵੇਟ ਬਿਜ਼ਨਸਿਸ ਦੇ ਵਿੱਚ ਜਾ ਕੇ, ਠੀਕ ਹੈ, ਕਿ ਅੱਛਾ ਤੁਸੀਂ ਪ੍ਰੋਡਕਸ਼ਨ ਵਧਾ ਲਈ, ਤੁਸੀਂ ਲਾਇਸੈਂਸ ਤੇ ਸਿਰਫ ਇੰਨੇ ਯੂਨਿਟਸ ਦਾ ਲਿਆ ਸੀ, ਰਾਈਟ, ਸੋ ਹਾਊ ਕਮ ਯੂ ਇਨਕਰੀਜ਼ਡ ਪ੍ਰੋਡਕਸ਼ਨ। ਸੋ ਇੱਕ ਤਾਂ ਰੇਡ, ਇਟ ਵੇਸਟਸ ਬਿਜ਼ਨਸਮੈਨਸ ਟਾਈਮ, ਐਨਰਜੀ, ਰਿਸੋਰਸਿਸ, ਪਲੱਸ देयर वाज एंगल ऑलवेज एन एंगल ऑफ करप्शन, ठीक है। और दूजी गल है जो लाइसेंस का एक एडी वड्डी पावर गवर्नमेंट कोल होएगी, दैट मीनस कि पीपल विल ट्राई टू ऑलवेज इन्फ्लुएंस कि हाँ मिनिस्टर्स नाल दोस्ती करने की कोशिश करेंगे कि आपां नूं लाइसेंस चाहिए है, सो ठीक है। सो दैट वाज लिबरलाइजेशन। नाउ द नेक्स्ट थिंग दैट हैपेंड in the second part in LPG is privatization. Now we know simply privatization. Now ਇੱਕ ਤਾਂ privatization ਤੋਂ ਪਹਿਲਾਂ ਇੱਕ ਗੱਲ ਇਹ ਹੈ ਕਿ 1969 ਦੇ ਵਿੱਚ ਤੇ 1980 ਦੇ ਵਿੱਚ what happened was bank nationalization. ਇਸ ਤੋਂ ਇਲਾਵਾ ਇੰਸ਼ੋਰੈਂਸ ਕੰਪਨੀਜ਼ ਦੀ ਨੈਸ਼ਨਲਾਈਜੇਸ਼ਨ ਵੀ ਹੋਈ। ਸੋ ਨੈਸ਼ਨਲਾਈਜੇਸ਼ਨ ਮੀਨਸ ਕਿ ਕੋਈ ਪ੍ਰਾਈਵੇਟ ਬਿਜ਼ਨਸ ਚੱਲ ਰਿਹਾ ਹੈ, ਗਵਰਨਮੈਂਟ ਨੂੰ ਲੱਗ ਰਿਹਾ ਕਿ ਨਹੀਂ ਦੇ ਆਰ ਬਹੁਤ ਜ਼ਿਆਦਾ ਪ੍ਰੋਫਿਟ ਓਰੀਐਂਟਡ ਹੋ ਰਹੇ ਹੈ ਜਾਂ ਵੈਲਫੇਅਰ ਦੀ ਲੋੜ ਹੈ, ਦੈਨ ਗਵਰਨਮੈਂਟ ਯੂਜ਼ ਟੂ ਟੇਕ ਓਵਰ ਦੈਟ ਬਿਜ਼ਨਸ, ਕਿ ਸਾਰੀ ਦੀ ਸਾਰੀ ਜੋ ਓਨਰਸ਼ਿਪ ਹੈ ਉਹ ਗਵਰਨਮੈਂਟ ਖਰੀਦ ਲੈਂਦੀ ਸੀ, ਅਤੇ ਉਹ ਚੀਜ਼ ਜੋ ਪਹਿਲਾਂ ਪ੍ਰਾਈਵੇਟਲੀ ਓਨ ਹੁੰਦੀ ਸੀ ਉਹ ਪਬਲਿਕ ਓਨ ਬਣ ਜਾਂਦੀ, ਪਬਲਿਕ ਸੈਕਟਰ ਬਣ ਜਾਂਦੀ ਸੀ। ਦੈਟ ਵਾਜ਼ ਕਾਲਡ ਐਜ਼ ਨੈਸ਼ਨਲਾਈਜੇਸ਼ਨ, ਓਕੇ। ਪ੍ਰਾਈਵੇਟਾਈਜੇਸ਼ਨ ਦੇ ਵਿੱਚ ਅਸੀਂ ਕੀ ਕੀਤਾ, ਇਹ ਸਾਨੂੰ ਕੋਈ IMF ਨੇ ਨਹੀਂ ਸੀ ਕਿਹਾ ਕਿ ਪ੍ਰਾਈਵੇਟਾਈਜੇਸ਼ਨ ਕਰੋ, ਇਹ ਤਾਂ ਸਾਨੂੰ ਖੁਦ ਹੀ ਮਹਿਸੂਸ ਹੋਇਆ ਕਿ ਜਦੋਂ ਹੁਣ ਆਪਾਂ ਲਿਬਰਲਾਈਜੇਸ਼ਨ ਕਰ ਦਿੱਤੀ ਹੈ ਦੈਨ ਵੀ ਨੀਡ ਪ੍ਰਾਈਵੇਟਾਈਜੇਸ਼ਨ ਟੂ ਹੈਪਨ। ਸੋ ਨੋ ਵਨ ਵਾਜ਼ ਦੀ ਐਂਡ ਆਫ ਨੈਸ਼ਨਲਾਈਜੇਸ਼ਨ। ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਹੁਣ ਉਹ ਨੈਸ਼ਨਲਾਈਜੇਸ਼ਨ ਜੋ ਹੈ ਉਹ ਨਹੀਂ ਕਰਨਗੇ, ਠੀਕ ਹੈ। ਦੂਜਾ ਇਹਦੇ 'ਚ ਕੀ ਹੋਇਆ, ਐਂਟਰੀ ਆਫ ਪ੍ਰਾਈਵੇਟ ਪਲੇਅਰਸ ਕਾਹਦੇ ਵਿੱਚ, ਜਿਵੇਂ ਬੈਂਕਿੰਗ ਦੇ ਵਿੱਚ, ਇੰਸ਼ੋਰੈਂਸ ਦੇ ਵਿੱਚ, एविएशन ਦੇ ਵਿੱਚ। एविएशन इज़ एयरलाइंस, राइट। सो पहला एयर इंडिया ही सी, और उस तो बाद ये सारे अगर तुसी जिन्नियां भी प्राइवेट एयरलाइंस है गो एंड चैक कि वो कदों बनियां आफ्टर 1991, ओके। एंड द थर्ड थिंग वाज डिसइन्वेस्टमेंट। डिसइन्वेस्टमेंट आई थिंक ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਬਜਟ ਦੇ ਚੈਪਟਰ ਵਿੱਚ। डिसइन्वेस्टमेंट बेसिकली मीनस ਨੈਸ਼ਨਲਾਈਜੇਸ਼ਨ ਦਾ ਉਲਟਾ। ਨੈਸ਼ਨਲਾਈਜੇਸ਼ਨ ਦੇ ਵਿੱਚ ਸਰਕਾਰ ਜੋ ਸੀ ਉਹ ਪ੍ਰਾਈਵੇਟ ਸੈਕਟਰ ਖਰੀਦਦੀ ਹੁੰਦੀ ਸੀ, ਇੱਥੇ ਕੀ ਹੈ, ਸਰਕਾਰ ਜੋ ਚੀਜ਼ਾਂ ਆਲਰੇਡੀ ਸਰਕਾਰੀ ਹੈ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਹਦੇ ਵਿੱਚ ਬਹੁਤ ਸਾਰੇ ਪਬਲਿਕ ਸੈਕਟਰ ਯੂਨਿਟਸ PSUs ਜੋ ਹੈ ਉਹ ਵੇਚੇ ਗਏ, ਰਾਈਟ। ਕੰਪਨੀਜ਼ ਜੋ ਬਿਲਕੁਲ ਲੱਗਦਾ ਸੀ ਕਿ ਨਹੀਂ ਰਿਵਾਈਵ ਹੋਣਗੀਆਂ ਜਾਂ ਬਹੁਤ ਜ਼ਿਆਦਾ ਲਾਸ ਮੇਕਿੰਗ ਹੈ, ਦੇ ਵਰ ਸੋਲਡ ਟੂ ਪ੍ਰਾਈਵੇਟ ਸੈਕਟਰ। ਜਦੋਂ ਓਨਰਸ਼ਿਪ ਜੋ ਹੈ ਪ੍ਰਾਈਵੇਟ ਸੈਕਟਰ ਦੀ 51% ਹੋ ਜਾਏ ਜਾਂ ਗਵਰਨਮੈਂਟ ਦੀ 49 ਰਹਿ ਜਾਏ, दैट इज़ प्राइवेटाइजेशन। Now the third part of LPG policy जो है वो है globalization, right। Now ਸਾਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਅਸੀਂ ਇੰਡੀਅਨ ਇਕੋਨਮੀ ਜੋ ਸੀਗੀ that was inward looking। So pre 1991 we were inward looking। ਅਸੀਂ ਕੀ ਕਰਦੇ ਸੀ, import substitution। ਇਨਵਰਡ ਲੁਕਿੰਗ ਦਾ ਮਤਲਬ ਸੀ ਕਿ ਆਪਾਂ ਕਾਈਂਡ ਆਫ ਕਲੋਜ਼ਡ ਇਕੋਨਮੀ, ਰੈਸਟ ਆਫ ਦੀ ਵਰਲਡ ਨਾਲ ਜ਼ਿਆਦਾ ਟ੍ਰੇਡ ਕਰਨਾ ਨੂੰ ਆਪਾਂ ਤਰਜੀਹ ਨਹੀਂ ਸੀ ਦਿੰਦੇ, ਠੀਕ ਹੈ। ਸੋ
ਇੰਪੋਰਟ ਸਬਸਟੀਟਿਊਸ਼ਨ ਦੀ ਮਤਲਬ ਸੀ ਕਿ ਇੰਪੋਰਟਸ ਨੂੰ ਆਪਾਂ ਘੱਟ ਕਰਨ ਦੀ ਕੋਸ਼ਿਸ਼ ਕਰਦੇ, ਸਾਨੂੰ ਲੱਗਦਾ ਸੀ ਕਿ ਜਿਹੜੀ ਚੀਜ਼ ਅਸੀਂ ਬਣਾ ਸਕਦੇ ਹਾਂ ਖੁਦ, ਅਗਰ ਅਸੀਂ ਇੰਪੋਰਟ ਕਰਨੀ ਹੈ ਤਾਂ ਉਹਨੂੰ ਆਪਾਂ ਖੁਦ ਬਣਾਈਏ, ਇੰਪੋਰਟ ਨੂੰ ਸਬਸਟੀਟਿਊਟ ਕਰੀਏ ਬਾਏ ਡੋਮੈਸਟਿਕ ਗੁੱਡਸ। ਨਾਓ ਇਹਦੇ 'ਚ ਕੀ ਹੁੰਦਾ ਹੈ ਕਿ ਗਲੋਬਲਾਈਜੇਸ਼ਨ ਦਾ ਮਤਲਬ ਕੀ ਹੈ? ਬੇਸਿਕਲੀ ਗਲੋਬਲਾਈਜੇਸ਼ਨ ਦਾ ਮਤਲਬ ਹੈ ਫ੍ਰੀ ਮੂਵਮੈਂਟ of capital, labor, investment, first of all goods actually, ठीक है। ग्लोबलाइजेशन का मतलब है कि अगर एक कंट्री दूसरी कंट्री ਦੇ ਵਿੱਚ ਜਾਣਾ ਹੈ, ਕੋਈ ਬਿਜ਼ਨਸ ਕਰਨਾ ਹੈ, ਇੰਪੋਰਟ ਐਕਸਪੋਰਟ ਕਰਨਾ ਹੈ, ਇਟ ਸ਼ੁੱਡ ਬੀ ਫ੍ਰੀ, ਕੋਈ ਬੈਰੀਅਰਸ ਨਹੀਂ ਹੋਣੇ ਚਾਹੀਦੇ, ਜਾਂ ਬੈਰੀਅਰਸ ਹੈ ਤਾਂ ਬਹੁਤ ਘੱਟ ਹੋਣੇ ਚਾਹੀਦੇ। ਵੀਵ ਆਲਰੇਡੀ ਡਨ ਦਿਸ ਟੌਪਿਕ, ਟ੍ਰੇਡ ਬੈਰੀਅਰਸ, ਹੈ ਨਾ। ਟ੍ਰੇਡ ਬੈਰੀਅਰਸ ਦੇ ਵਿੱਚ ਵੀ ਕਿਸੇ ਦਾ ਟੈਰਿਫ ਐਂਡ ਨॉन ਟੈਰਿਫ ਬੈਰੀਅਰ। ਸਮਟਾਈਮਸ ਅਸੀਂ ਕੋਈ ਟੈਕਸ ਇੰਪੋਜ਼ ਕਰ ਦਿੰਦੇ ਹਾਂ ਬਾਹਰਲੀਆਂ ਗੁੱਡਸ ਦੇ ਲਈ, ਸੋ ਦੈਟ ਉਹ ਗੁੱਡਸ ਬਹੁਤ ਮਹਿੰਗੇ ਹੋ ਜਾਂਦੇ ਆ ਸਾਡੀ ਕੰਟਰੀ ਦੇ ਵਿੱਚ, ਸੋ ਇਟਸ ਅ ਟੈਰਿਫ ਬੈਰੀਅਰ ਕਿ ਉਹ ਅਸੀਂ ਡਿਸਕਰੇਜ ਕਰ ਰਹੇ ਹਾਂ ਕਿ ਅਸੀਂ ਬਾਹਰੋਂ ਸਮਾਨ ਨਹੀਂ ਮੰਗਾਉਣਾ। ਜਦੋਂ ਸਾਡੇ ਕੋਲ ਇਸ ਚੀਜ਼ ਸੀਗੀ, ਵੀ ਹੈਡ ਅ ਪ੍ਰੋਬਲਮ ਵਿਚ ਇਜ਼ ਕਾਲਡ ਐਜ਼ ਸਮਗਲਿੰਗ ਔਰ ਬਲੈਕ ਮਾਰਕੀਟ, ਹੈ ਨਾ। ਸਮਗਲਿੰਗ ਵਾਜ਼ ਬੇਸਿਕਲੀ, ਅਗਰ ਅਸੀਂ 1980s ਦੀਆਂ ਅਗਰ ਤੁਸੀਂ ਮੂਵੀਜ਼ ਦੇਖੋ, ਅਮਿਤਾਭ ਬੱਚਨ ਟਾਈਪਸ ਮੂਵੀਜ਼ ਜੋ ਹੈ, ਉਹਨਾਂ ਸਭ ਦੀ ਸਟੋਰੀਜ਼ ਸਮਥਿੰਗ ਲਾਈਕ ਕੁਝ ਸਮਗਲ ਹੋ ਰਿਹਾ, ਗੋਲਡ ਸਮਗਲ ਹੋ ਰਿਹਾ, ਕੁਛ ਵੀ ਹੋ ਰਿਹਾ। ਕਿਉਂ ਹੋ ਰਿਹਾ ਸਮਗਲ? ਕਿਉਂਕਿ ਉਹ ਟੈਕਸ ਬਚਾ ਰਹੇ ਹੈ। ਅਗਰ ਉਹ ਇਲੀਗਲੀ ਸਮਗਲ ਕਰ ਲੈਂਦੇ ਆ, ਦੈਟ ਮੀਨਸ ਉਹ ਕਸਟਮ ਡਿਊਟੀ ਬਚਾ ਰਹੇ ਆ ਉੱਥੇ, ਠੀਕ ਹੈ। ਸੋ ਇਸ ਸਮਗਲਿੰਗ ਦੀ ਪ੍ਰੋਬਲਮ ਬਹੁਤ ਸੀਗੀ। ਬਲੈਕ ਮਾਰਕੀਟਿੰਗ ਕੀ ਮੀਨਸ, ਤੁਹਾਨੂੰ ਕੋਈ ਸਮਾਨ ਜਿਹੜਾ ਹੈ, ਕੋਈ ਨਾਈਕੀ ਦੇ ਸ਼ੂਜ਼ ਹੈ, ਕੁਛ ਇਸ ਤਰ੍ਹਾਂ ਦੀ ਚੀਜ਼ ਹੈ ਨਾ, ਅਗਰ ਉਹ ਤੁਸੀਂ ਲੀਗਲੀ ਲੈ ਕੇ ਆਉਂਦੇ ਹੋ ਬਾਹਰੋਂ, ਯੂ ਹੈਵ ਟੂ ਇੰਪੋਰਟ ਇਟ ਫਰਮ US, ਉਹਦੇ ਟੈਕਸ ਬਹੁਤ ਲੱਗੇਗਾ। ਲੇਕਿਨ ਉਹ ਸਮਗਲ ਹੋ ਜਾਏਗਾ, ਮੀਨਸ ਕਿ ਉਹ ਇਨਡਾਇਰੈਕਟਲੀ ਆ ਰਿਹਾ, ਉਹ ਟੈਕਸਿਸ ਬਚ ਕੇ ਦੈਨ ਤੁਹਾਨੂੰ ਕੀ ਮਿਲ ਜਾਂਦਾ ਸੀ, ਉਹ ਥੋੜ੍ਹਾ ਜਿਹਾ ਲੀਗਲ ਨਾਲੋਂ ਸਸਤਾ। ਓਕੇ, ਸੋ ਇਹ ਜੋ ਚੀਜ਼ ਸੀਗੀ ਕਿ ਚੀਜ਼ਾਂ ਦੀ ਬੇਸਿਕਲੀ ਸਮਗਲਿੰਗ ਹੋਣਾ, ਇਲੀਗਲ ਡਰੱਗਸ, ਨੈਰੋ, ਇਹ ਸਭ ਉਹਦੇ ਸਾਈਡ ਇਫੈਕਟਸ ਸ਼ੁਰੂ ਹੋ ਗਏ ਫਿਰ, ਹੈ ਨਾ, ਜਦੋਂ ਗੈਂਗਸਟਰ ਬਣ ਗਏ। ਸੋ ਇਹ ਸਾਰੀਆਂ ਪ੍ਰੋਬਲਮ ਸੀਗੀਆਂ। ਦੈਟ ਵਾਜ਼ ਕਿ ਅਗਰ ਤੁਸੀਂ ਇਹ ਸਿੰਪਲੀ ਅਗਰ ਤੁਸੀਂ ਖੋਲ੍ਹ ਦਿਓ ਆਪਣਾ ਟ੍ਰੇਡ, ਤਾਂ ਸਮਗਲਿੰਗ ਐਂਡ ਆਲ ਦੀ ਪ੍ਰੋਬਲਮ ਹੱਲ ਹੋ ਜਾਏਗੀ। ਅਗਰ ਕੋਈ ਟੈਕਸ ਹੀ ਨਹੀਂ ਹੋਏਗਾ ਗੁੱਡਸ 'ਤੇ, ਦੈਨ ਵੀ ਡੋਂਟ ਹੈਵ ਟੂ, ਮਤਲਬ ਕਿਸੇ ਨੂੰ ਕੋਈ ਸਮਗਲ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਨਾਓ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਇੱਕ ਤਾਂ ਫੋਰਨ ਪਲੇਅਰਸ ਨੂੰ ਐਂਟਰੀ ਦਿੱਤੀ। ਨਾ ਫੋਰਨ ਪਲੇਅਰਸ 'ਤੇ ਪਹਿਲਾਂ ਸਾਨੂੰ ਕੀ ਸੀਗਾ, ਬਹੁਤ ਜ਼ਿਆਦਾ ਮਿਸਟਰਸਟ, ਕਿ ਫੋਰਨ ਕੰਪਨੀਜ਼ ਨੂੰ ਤਾਂ ਅਸੀਂ ਅਲਾਓ ਹੀ ਨਹੀਂ ਸੀ ਕਰਦੇ। ਸੋ ਐਂਟਰੀ ਆਫ ਫੋਰਨ ਪਲੇਅਰਸ ਹੋਈ, ਠੀਕ ਹੈ। ਅਗੇਨ ਜਿਵੇਂ ਬੈਂਕਿੰਗ ਦੇ ਵਿੱਚ, ਇੰਸ਼ੋਰੈਂਸ ਦੇ ਵਿੱਚ, ਇਹਨਾਂ ਸਬ ਸੈਕਟਰਸ ਦੇ ਵਿੱਚ ਅਸੀਂ ਅਲਾਓ ਕੀਤਾ। ਔਰ ਉਸ ਤੋਂ ਇਲਾਵਾ ਕੀ ਕੀਤਾ, ਕੁਛ ਜੋ ਕੈਪੀਟਲ ਦੀ ਮੂਵਮੈਂਟ ਕੀ ਹੋਏਗੀ ਕਿ ਪੈਸਾ ਬਾਹਰ ਲਿਜਾਣ ਦੀ ਔਰ ਬਾਹਰੋਂ ਲੈ ਕੇ ਆਉਣ ਦੀ ਖੁੱਲ੍ਹ ਹੋਵੇ। ਸੋ ਇੰਡੀਆ ਦੇ ਵਿੱਚ ਤੁਹਾਨੂੰ ਅਗਰ ਮੰਨ ਲਓ ਪੈਸੇ ਚਾਹੀਦੇ ਆ, ਤੁਹਾਨੂੰ ਬੈਂਕ ਤੋਂ ਲੋਨ ਨਹੀਂ ਮਿਲ ਰਿਹਾ, ਦੈਨ ਯੂ ਸ਼ੁੱਡ ਹੈਵ ਅ ਫਰੀडम ਕਿ ਤੁਸੀਂ ਅਮਰੀਕਾ ਦੀ ਬੈਂਕ ਤੋਂ ਲੋਨ ਲੈ ਲਓ, ਹੈ ਨਾ, ਐਜ਼ ਅ ਬਿਜ਼ਨਸਮੈਨ। ਔਰ ਜਾਂ ਫਿਰ ਅਗਰ ਕੋਈ ਬਾਹਰਲਾ ਬੰਦਾ ਇੰਡੀਅਨ ਸਟਾਕ ਮਾਰਕੀਟ ਦੇ ਵਿੱਚ ਉਹ ਕਰਨਾ ਚਾਹੁੰਦਾ, ਇਨਵੈਸਟ ਕਰਨਾ ਚਾਹੁੰਦਾ, ਤਾਂ ਉਹ ਆਵੇ। ਸੋ ਕੈਪੀਟਲ ਮਾਰਕੀਟ ਦੇ ਵਿੱਚ ਵੀ ਬਹੁਤ ਸਾਰੇ ਰਿਫੋਰਮਸ ਲੈ ਕੇ ਆਉਂਦੇ। ਅਸੀਂ ਫੋਰਨ ਪਲੇਅਰਸ ਨੂੰ ਅਲਾਉ ਕੀਤਾ, ਆਪਣੀਆਂ ਸਟਾਕ ਐਕਸਚੇਂਜਸ ਨੂੰ ਅਪਡੇਟ ਕੀਤਾ, ਠੀਕ ਹੈ। ਕਰੰਸੀ ਕਨਵਰਟੇਬਿਲਿਟੀ ਜੋ ਇੱਕ ਟੌਪਿਕ ਹੁੰਦਾ ਕਿ ਸਾਡਾ ਜਿਹੜਾ US ਡਾਲਰ ਅਗਰ ਇੰਡੀਆ ਦੇ ਵਿੱਚ ਕਨਵਰਟ ਕਰਨਾ ਹੋਵੇ ਤਾਂ ਉਹਦੇ 'ਤੇ ਜੋ ਕਿੰਨਾ ਈਜ਼ੀਲੀ ਉਹ ਹੋ ਸਕਦਾ ਹੈ, ਦੈਟ ਇਜ਼ ਕਾਲਡ ਇਜ਼ ਕਰੰਸੀ ਕਨਵਰਟੇਬਿਲਿਟੀ। ਸੋ ਉੱਥੇ ਵੀ ਅਸੀਂ ਥੋੜ੍ਹੀਆਂ ਲਿਬਰਲ ਪੋਲਿਸੀਜ਼ ਅਪਣਾਈਆਂ। ਬੇਸਿਕਲੀ ਅਸੀਂ ਇੱਕ ਕਲੋਜ਼ਡ ਇਕੋਨਮੀ ਤੋਂ ਹੁਣ ਇੱਕ ਓਪਨ ਇਕੋਨਮੀ ਬਣਦੇ ਜਾ ਰਹੇ ਸੀ। ਵੀ ਵਰ ਗਲੋਬਲ, ਪੂਰੇ ਵਰਲਡ ਦੇ ਨਾਲ ਟ੍ਰੇਡ ਕਰਨ ਨੂੰ ਤਿਆਰ ਸੀ। ਟੈਰਿਫ ਬੈਰੀਅਰਸ, ਨॉन ਟੈਰਿਫ ਬੈਰੀਅਰਸ ਆਪਣੇ ਰਿਡਿਊਸ ਕਰਨ ਨੂੰ ਤਿਆਰ ਸੀ। ਐਂਡ ਅਸੀਂ ਫੋਰਨ ਪਲੇਅਰਸ ਨੂੰ ਬਹੁਤ ਜ਼ਿਆਦਾ ਐਂਟਰੀ ਦਿੱਤੀ, ਉਹਨਾਂ ਨੂੰ ਵੈਲਕਮ ਕੀਤਾ। ਨਾਓ ਇਹ ਚੀਜ਼ਾਂ ਤਾਂ ਹੋ ਗਈਆਂ ਸਾਡੇ ਫਰਸਟ ਜਨਰੇਸ਼ਨ ਰਿਫੋਰਮਸ, ਠੀਕ ਹੈ, ਜਿੰਨੇ ਕਰ ਸਕਦੀ ਸੀ ਗਵਰਨਮੈਂਟ। ਨਾਓ ਸੈਕਿੰਡ ਜਨਰੇਸ਼ਨ ਰਿਫੋਰਮਸ ਕੀ ਹੁੰਦੇ ਆ? ਸੈਕਿੰਡ ਜਨਰੇਸ਼ਨ ਰਿਫੋਰਮਸ ਥੋੜ੍ਹੇ ਜਿਹੇ ਕੰਟੀਨਿਊਸ ਨੇਚਰ ਦੇ ਰਿਫੋਰਮਸ ਹੈ, ਜਿਵੇਂ ਸਪੈਸ਼ਲੀ ਉਹ ਰਿਫੋਰਮਸ ਜਿੱਥੇ ਸਟੇਟਸ ਦਾ ਬਹੁਤ ਜ਼ਿਆਦਾ ਰੋਲ ਹੈ, ਜਿਵੇਂ ਕਿ ਐਗਰੀਕਲਚਰ, ਲੈਂਡ ਰਿਫੋਰਮਸ, ਲੇਬਰ ਰਿਫੋਰਮਸ। ਨਾਓ ਤੁਹਾਨੂੰ ਪਤਾ ਹੈ ਕਿ ਐਗਰੀਕਲਚਰ, ਅਗਰ ਅਸੀਂ ਥੋੜ੍ਹਾ ਜਿਹਾ ਪੋਲਿਟਿਕਸ ਜਾਈਏ, ਐਗਰੀਕਲਚਰ ਇੱਕ ਸਟੇਟ ਸਬਜੈਕਟ ਹੈ। ਕੌਨਸਟੀਟਿਊਸ਼ਨ ਦੇ ਵਿੱਚ ਲਿਸਟਾਂ ਬਣੀਆਂ ਹੋਈਆਂ ਕਿ ਕਿਹੜੇ ਇਸ਼ੂਜ਼ ਹੈ ਜਿਨ੍ਹਾਂ 'ਤੇ ਪਾਵਰ ਜਿਹੜੀ ਹੈ ਉਹ ਸੈਂਟਰਲ ਗਵਰਨਮੈਂਟ ਦੀ ਹੈ, ਕਿਹਨਾਂ 'ਤੇ ਸਟੇਟ ਦੀ ਹੈ, ਔਰ ਕਿਹਨਾਂ 'ਤੇ ਦੋਨਾਂ ਦੀ। ਨਾ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ। ਸੋ ਜਿੰਨੀਆਂ ਸਟੇਟਸ ਹੈ, ਉਨੀਆਂ ਅਲੱਗ ਤਰ੍ਹਾਂ ਦੀਆਂ ਪੋਲਿਸੀਜ਼ ਹੈ। ਇਸੇ ਕਰਕੇ ਐਗਰੀਕਲਚਰ ਰਿਫੋਰਮਸ ਬੜੇ ਮੁਸ਼ਕਿਲ ਹੋ ਰਹੇ ਹੈ ਇੰਡੀਆ ਦੇ ਵਿੱਚ, ਠੀਕ ਹੈ। ਬਿਕੋਜ਼ ਅਗਰ ਚੇਂਜ ਕਰਨਾ ਹੈ, ਦੈਟ ਮੀਨਸ ਤੁਹਾਨੂੰ ਸਾਰੀਆਂ ਸਟੇਟਸ ਨੂੰ ਨਾਲ ਲੈ ਕੇ ਚੱਲਣਾ ਪਏਗਾ, ਸਰਬ ਸਹਿਮਤੀ ਬਣਾਉਣੀ ਪਏਗੀ, ਉਹ ਕੰਸੈਂਸਸ ਬਿਲਡ ਕਰਨਾ ਪਏਗਾ, ਠੀਕ ਹੈ। ਪਾਰਲੀਮੈਂਟ ਦੇ ਵਿੱਚ ਵੀ ਨਹੀਂ ਸਰਨਾ ਇਕੱਲਾ।
ਨਾਓ ਐਂਡ ਸਟੇਟਸ ਵੀ ਸਾਡੇ ਦੇਸ਼ 'ਚ ਕਿੰਨੀਆਂ ਨੇ। ਦੂਜੀ ਗੱਲ ਹੈ ਸਟੇਟਸ ਜੋ ਹੈ ਸਮਟਾਈਮਸ ਉਹ ਆਪੋਜੀਸ਼ਨ ਪਾਰਟੀ ਰੂਲਡ ਹੁੰਦੀਆਂ, ਸੋ they won't agree with the central government always. Similarly land reforms ਦਾ ਮਤਲਬ ਕੀ ਹੈ? ਵੈਸੇ ਤਾਂ ਇੱਥੇ ਕੀ ਮਤਲਬ ਹੈ ਇਕਨੋਮਿਕ ਰਿਫੋਰਮਸ ਦੇ ਵਿੱਚ ਕਿ ਜਿਹੜੇ ਕੋਈ ਫੋਰਨ ਕੰਟਰੀ ਫੋਰਨ ਬਿਜ਼ਨਸਮੈਨ ਆਉਂਦਾ ਜਾਂ ਪ੍ਰਾਈਵੇਟ ਬਿਜ਼ਨਸਮੈਨ ਆਉਂਦਾ, ਉਹ ਕੀ ਕਰਨਾ ਚਾਹੁੰਦਾ? ਉਹ ਚਾਹੁੰਦਾ ਕਿ ਮੈਂ ਫੈਕਟਰੀ ਲਗਾਉਣੀ ਹੈ, ਮੈਨੂੰ ਲੈਂਡ ਮਿਲੇ ਤੁਰੰਤ, ਠੀਕ ਹੈ, ਈਜ਼ੀ। ਨਾਓ ਲੈਂਡ ਕਿਹਦੀ ਹੈ? ਫਾਰਮਰ ਦੀ ਹੈ ਜਾਂ ਕਿਸੇ ਟਰਾਈਬਲਸ ਦੀ ਹੈ, ਲੋਕੀ ਉੱਥੇ ਬੈਠੇ ਹੋਏ ਹੈ। ਸੋ ਇੱਕ ਕੰਸੈਂਸਸ ਬਿਲਡ ਕਰਨਾ ਕਿ ਉਹਨਾਂ ਨੂੰ ਪ੍ਰੋਪਰ ਕੰਪਨਸੇਸ਼ਨ ਰੀਹੈਬਲੀਟੇਸ਼ਨ ਹੋਵੇ ਇਜ਼ ਆਲਸੋ ਵੈਰੀ ਡਿਫਿਕਲਟ। ਇਹਦਾ ਇੱਕ ਕੀ ਸੀਗਾ, ਲੈਂਡ ਐਕੁਜੀਸ਼ਨ ਬਿੱਲ ਲੈ ਕੇ ਆਈ ਸੀ ਗਵਰਨਮੈਂਟ 2014-15 ਵਿੱਚ। ਆਈ ਥਿੰਕ ਜਦੋਂ ਮੋਦੀ ਵਾਜ਼ ਵੈਰੀ ਨਿਊ ਟੂ ਪਾਵਰ, ਆਈ ਮੀਨ ਹੀ ਵਾਜ਼ ਇਨ ਫਸਟ ਟਰਮ ਦੇ ਵਿੱਚ ਵਿਦਿਨ ਫਸਟ ਫਿਊ ਮੰਥਸ ਆਫ ਦ ਨਿਊ ਗਵਰਨਮੈਂਟ ਦੇ ਹੈਡ ਬ੍ਰੌਟ ਇਨ ਅ ਬਿੱਲ ਕਾਲਡ ਇਜ਼ ਲੈਂਡ ਐਕੁਜੀਸ਼ਨ ਬਿੱਲ। ਉਹਦੇ 'ਚ ਕੀ ਸੀਗਾ, ਲੈਂਡ ਨੂੰ ਐਕਵਾਇਰ ਕਰਨਾ ਬਹੁਤ ਈਜ਼ੀ ਕਰਤਾ ਸੀ ਫॉर ਬਿਜ਼ਨਸਮੈਨ। ਨਾਓ ਇਹ ਜਿਹੜਾ ਡਿਸੀਜਨ ਸੀਗਾ ਪ੍ਰਾਈਵੇਟ ਸੈਕਟਰ ਬਿਜ਼ਨਸਮੈਨ ਵੱਲੋਂ ਤਾਂ ਬਹੁਤ ਸਰਾਹਿਆ ਗਿਆ ਵਰਲਡ ਓਵਰ ਕਿ ਹਾਂਜੀ ਠੀਕ ਹੈ, ਲੇਕਿਨ ਇੰਡੀਅਨ ਕੰਟੈਕਸਟ ਦੇ ਵਿੱਚ ਕਿਉਂਕਿ ਅਸੀਂ ਲੋਕਾਂ ਨੂੰ ਇੰਨੀ ਈਜ਼ੀਲੀ ਲੈਂਡ ਓਨਰਸ਼ਿਪ ਉਹਨਾਂ ਤੋਂ ਨਹੀਂ ਲੈ ਸਕਦੇ, ਸੋ ਅਲਟੀਮੇਟਲੀ ਉਸ ਬਿੱਲ ਦਾ ਕੀ ਹੋਇਆ, ਦੇ ਹੈਡ ਟੂ ਕੈਂਸਲ ਇਟ, ਦੇ ਮਤਲਬ ਉਹ ਬਿੱਲ ਕਦੀ ਵੀ ਪਾਸ ਨਹੀਂ ਹੋਇਆ। ਸਿਮਿਲਰਲੀ ਲੇਬਰ ਰਿਫੋਰਮਸ ਲੈ ਕੇ ਆਉਣੇ, ਠੀਕ ਹੈ, ਬਿਜ਼ਨਸ ਨੂੰ ਈਜ਼ੀ ਕਰਨ ਦੀ ਗੱਲ ਹੋ ਰਹੀ ਹੈ ਨਾ, ਲਿਬਰਲਾਈਜੇਸ਼ਨ ਐਂਡ ਆਲ। ਸੋ ਬਿਜ਼ਨਸਮੈਨ ਵਾਂਟ ਕਿ ਲੇਬਰ ਲਾਜ਼ ਜਿਹੜੇ ਇੰਡੀਆ ਦੇ ਵਿੱਚ ਹੈ, ਬਹੁਤ ਸਾਰੇ ਐਕਟ ਬਣੇ ਹੋਏ ਹੈ, ਫੈਕਟਰੀ ਐਕਟ, ਸੇਲ ਆਫ ਗੁੱਡਸ ਐਕਟ, ਸੋ ਮੈਨੀ ਐਕਟ, ਸੋ ਮੈਨੀ ਥਿੰਗਸ, ਕਿ ਉਹਨਾਂ ਨੂੰ ਥੋੜ੍ਹਾ ਈਜ਼ੀ ਕੀਤਾ ਜਾਵੇ। ਦੇ ਆਰ ਟੂ ਕੰਪਲੀਕੇਟਡ ਐਂਡ ਇਟਸ ਵੈਰੀ ਡਿਫਿਕਲਟ ਟੂ ਅੰਡਰਸਟੈਂਡ। ਓਕੇ, ਸੋ ਇਹ ਸਾਰੇ ਕੀ ਨੇ, ਸੈਕਿੰਡ ਜਨਰੇਸ਼ਨ ਰਿਫੋਰਮਸ। ਸੋ ਇਕਨੋਮਿਕ ਰਿਫੋਰਮਸ ਜੋ ਹੈ ਇੱਕ ਕੌਨਸਟੈਂਟ ਪ੍ਰੋਸੈਸ ਹੈ। ਇਹ ਨਹੀਂ ਹੈਗਾ ਕਿ ਅੱਜ ਇਕਨੋਮਿਕ ਰਿਫੋਰਮਸ ਕਰ ਲਏ ਅਤੇ ਹੁਣ ਬੈਠ ਹੀ ਜਾਓ, ਠੀਕ ਹੈ। ਸੋ ਗਵਰਨਮੈਂਟ ਨੂੰ ਹਮੇਸ਼ਾ ਤੋਂ ਹਮੇਸ਼ਾ ਇਕਨੋਮਿਕ ਰਿਫੋਰਮਸ ਜੋ ਹੈ ਉਹ ਕਰਨੇ ਪੈਂਦੇ ਆ। ਨਾ ਅਗਰ ਅਸੀਂ ਦੇਖੀਏ ਇੰਪੈਕਟ ਕੀ ਹੈ, ਇੰਪੈਕਟ ਆਲਵੇਜ਼ ਦੋ ਤਰ੍ਹਾਂ ਹੋਏਗਾ, ਪੋਜ਼ਿਟਿਵ ਐਂਡ ਨੈਗੇਟਿਵ, ਠੀਕ ਹੈ। ਪੋਜ਼ਿਟਿਵ ਇੰਪੈਕਟ ਅਗਰ ਆਈ ਥਿੰਕ ਮੈਂ ਜਸਟ ਕ੍ਰਿਸਪ ਉਹਦੇ ਵਿੱਚ ਦੱਸਾਂ ਤਾਂ ਪੋਜ਼ਿਟਿਵ ਇੰਪੈਕਟ ਇਜ਼ ਦੈਟ ਸਾਡੀ ਜੋ ਇਕਨੋਮਿਕ ਗਰੋਥ ਹੈ, ਜੋ GDP ਅਗਰ ਡਾਟਾ ਦੇਖੀਏ ਦੈਨ ਵੀ ਹੈਵ ਇਨਕਰੀਜ਼ਡ ਇਟ ਟ੍ਰਮੈਂਡਸਲੀ ਆਫਟਰ 1991, ਠੀਕ ਹੈ। ਸਾਨੂੰ ਦਿਖ ਰਿਹਾ ਦਿਸ ਬਿਨ ਅ ਰਾਈਜ਼ ਆਫ ਅ ਮਿਡਲ ਕਲਾਸ ਪਾਪੂਲੇਸ਼ਨ ਇਨ ਇੰਡੀਆ। ਪੀਪਲ ਹੈਵ, ਅਗਰ ਪਾਵਰਟੀ ਰੇਟਸ ਦੇਖੇ ਜਾਣ ਉਹ ਵੀ ਘਟੇ ਹੈ, ਠੀਕ ਹੈ। ਪ੍ਰਾਈਵੇਟ ਸੈਕਟਰ ਫੋਰਨ ਕੰਪਨੀਜ਼ ਦੇ ਆਉਣ ਨਾਲ ਜੌਬਸ ਕ੍ਰੀਏਸ਼ਨ ਹੋਈ ਹੈ। ਔਰ ਦੂਜੀ ਜੋ ਚੀਜ਼ ਹੈ ਨੈਗੇਟਿਵ ਜੋ ਹੈ ਉਹ ਆਈ ਥਿੰਕ ਇਹ ਹੈਗੀ ਸਭ ਤੋਂ ਨੁਕਸਾਨ ਹੈ ਕਿ ਬਹੁਤ ਜ਼ਿਆਦਾ ਲੋਪਸਾਈਡਡ ਗਰੋਥ ਹੋਈ ਹੈ। ਔਰ ਸਪੈਸ਼ਲੀ ਹੁਣ ਜੋ ਹੈ ਦੈਟ ਮੀਨਸ ਲੋਪਸਾਈਡਡ ਮੀਨਸ ਕੁਛ ਏਰੀਆਜ਼ ਕੁਛ ਸੈਕਟਰਸ ਦੀ ਗਰੋਥ ਤੇ ਬਹੁਤ ਵਧੀਆ ਹੋ ਗਈ, ਲੇਕਿਨ ਜਿਵੇਂ ਐਗਰੀਕਲਚਰ ਬਿਲਕੁਲ ਗਰੋਥ ਨਹੀਂ ਹੋਈ, ਐਗਰੀਕਲਚਰ ਬਿਲਕੁਲ ਨੀਚੇ ਗਿਆ ਹੈ, ਠੀਕ ਹੈ। ਸੋ ਕੁਝ ਔਰ ਸਰਵਿਸ ਸੈਕਟਰ ਜਿਵੇਂ ਹੈ ਉਹਨਾਂ ਦੀ ਗਰੋਥ ਤੇ ਬਹੁਤ ਜ਼ਿਆਦਾ ਹੋਈ ਹੈ। ਦੈਟਸ ਵਾਈ ਕੀ ਹੈ, ਇਨਇਕੁਐਲਿਟੀਜ਼ ਵੀ ਹੋ ਗਈਆਂ ਬਹੁਤ ਜ਼ਿਆਦਾ। ਪਹਿਲਾਂ ਅਗਰ ਪੈਸਾ ਨਹੀਂ ਸੀ ਜ਼ਿਆਦਾ ਤਾਂ ਸ਼ਾਇਦ ਕਿਸੇ ਕੋਲ ਵੀ ਨਹੀਂ ਸੀ, ਬਟ ਹੁਣ ਹੈ ਕਿ ਹਾਂ ਜੋ ਸਰਵਿਸ ਸੈਕਟਰ ਦੇ ਵਿੱਚ ਇਨਵੋਲਵਡ ਨੇ ਦੇ ਆਰ ਅਰਨਿੰਗ ਟੂ ਮੱਚ, ਐਂਡ ਜੋ ਪ੍ਰਾਇਮਰੀ ਐਂਡ ਮੈਨੂਫੈਕਚਰਿੰਗ ਜੋ ਹੈ ਉਹਦੇ ਵਿੱਚ ਦੇ ਆਰ ਨਾਟ ਅਰਨਿੰਗ ਸੋ ਮੱਚ। ਐਂਡ ਵਨ ਮੋਰ ਨੈਗੇਟਿਵ ਇਜ਼ ਕਿ ਸਟਿਲ ਜੋ ਸਾਡੀ ਮੈਨੂਫੈਕਚਰਿੰਗ ਹੈ ਉਹ ਸਟਿਲ ਹਜੇ ਵੀ ਸਟਰੋਂਗ ਨਹੀਂ ਹੈ, ਠੀਕ ਹੈ। ਸੋ ਸਟਿਲ ਵੀ ਆਰ ਡਿਪੈਂਡੈਂਟ ਔਨ ਸਰਵਿਸ ਸੈਕਟਰਸ। ਜੋ ਵੀ ਫੋਰਨ ਇਨਵੈਸਟਮੈਂਟ ਆਈ ਹੈ ਉਹ ਜ਼ਿਆਦਾ ਸਰਵਿਸ ਸੈਕਟਰ ਦੇ ਵਿੱਚ ਆਈ ਹੈ। ਐਂਡ ਬਾਕੀ ਜੋ ਅਗਰ ਤੁਸੀਂ ਆਪਣੀ ਬੁੱਕਸ ਪੜ੍ਹੋਗੇ ਨੈਗੇਟਿਵ ਪੁਆਇੰਟਸ ਹੈ ਕਿ ਕਲਚਰਲ ਚੇਂਜਸ ਆ ਗਈਆਂ, ਫੈਮਿਲੀ ਸਿਸਟਮ ਚੇਂਜ ਹੋ ਗਿਆ, too much of multinational companies and all, ठीक है। those things are debatable, one may agree one may not, but you must read them, ठीक है। बाकी जो I think this topic is this video will give you a background, बाकी you have to read from your book in detail, and this is a very important topic.